सत श्री अकाल एवरीवन, तुहाडे सारिਆਂ ਦਾ स्टडी IQ ਦੇ लर्निंग प्लेटफॉर्म ਤੇ स्वागत है। ਅੱਜ ਅਸੀਂ पंजाब PCS ਪ੍ਰੀਲਿਮਸ ਦਾ ਜਿਹੜਾ GS ਦਾ ਪੇਪਰ ਡਿਸਕਸ ਕਰ ਰਹੇ ਸੀ ਉਹਦਾ 4th ਪਾਰਟ ਕਰਾਂਗੇ। ਅਸੀਂ ਇਹਦੇ 3 ਪਾਰਟਸ ਕਰ ਲਏ ਨੇ ਤੇ ਹਰ ਇੱਕ ਪਾਰਟ ਵਿੱਚ ਅਸੀਂ 25 ਕੁਐਸਚਨਸ ਜਿਹੜੇ ਨੇ ਉਹ ਡਿਸਕਸ ਕੀਤੇ ਨੇ। ਹੁਣ ਸਾਡਾ ਇਹ ਆਖਰੀ ਪਾਰਟ ਹੈ। ਅਸੀਂ 75 ਤੋਂ ਲੈ ਕੇ 100 ਕੁਐਸਚਨ ਤੱਕ ਕਵਰ ਕਰਾਂਗੇ। ਸੈਟ A ਅਸੀਂ ਆਪਣੇ ਪੂਰੇ ਪਾਰਟਸ ਦੇ ਵਿੱਚ ਡਿਸਕਸ ਕੀਤਾ ਹੈ। ਮਾਈ ਸੈਲਫ ਰਵਨੀਤ ਕੌਰ, ਜੇ ਤੁਸੀਂ ਮੇਰੇ ਨਾਲ ਟੈਲੀਗ੍ਰਾਮ ਤੇ ਐਸੋਸੀਏਟ ਹੋਣਾ ਚਾਹੁੰਦੇ ਹੋ ਤਾਂ ਰਵਨੀਤ ਕੌਰ ਆਫੀਸ਼ੀਅਲ ਤੇ ਐਸੋਸੀਏਟ ਹੋ ਸਕਦੇ ਹੋ। ਵੀਡੀਓ ਨੂੰ ਸ਼ੁਰੂ ਕਰਦੇ ਹਾਂ। 76th ਕੁਐਸਚਨ ਕੀ ਕਹਿੰਦਾ ਹੈ? ਉਦੈਗਿਰੀ ਖਾਨਗਿਰੀ ਕੇਵਸ ਦੇ ਵਿੱਚੋਂ ਇਹ ਕੁਐਸਚਨ ਹੈ। ਐਕਚੁਅਲ ਦੇ ਵਿੱਚ ਇਹ ਏਂਸ਼ੀਅੰਟ ਇੰਡੀਆ ਦਾ ਕੁਐਸਚਨ ਹੈ। ਜੇ ਤੁਸੀਂ ਏਂਸ਼ੀਅੰਟ ਇੰਡੀਆ ਦੀ NCERT ਪੜ੍ਹੀ ਹੋਏਗੀ ਤਾਂ ਤੁਸੀਂ ਇਸ ਕੁਐਸਚਨ ਨੂੰ ਬੜੇ ਆਰਾਮ ਨਾਲ ਕਰ ਸਕਦੇ ਸੀ। ਅਸੀਂ ਕਰੈਕਟ ਸਟੇਟਮੈਂਟ ਫਾइंड आउट ਕਰਨੀ ਹੈ। ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ ਕਿ ਇਹ ਜਿਹੜੀਆਂ ਕੇਵਸ ਨੇ ਇਹ ਰੌਕ ਕਟ ਕੇਵਸ ਨੇ, मतलब एक पहाड़ तो कट के केव्स ਜਿਹੜੀਆਂ ਨੇ ਉਹ ਬਣਾ ਦਿੱਤੀਆਂ ਗਈਆਂ। ਬਿਲਕੁਲ ਸਹੀ ਪੁਆਇੰਟ ਹੈ। ਦੂਸਰੀ ਕਹਿੰਦੀ ਹੈ ਕਿ ਇਹ ਖਾਰਵੇਲਾ ਕਿੰਗਸ ਦੇ ਟਾਈਮ ਦੀਆਂ ਕੇਵਸ ਨੇ। ਇਹ ਵੀ ਪੁਆਇੰਟ ਜਿਹੜਾ ਹੈ ਉਹ ਬਿਲਕੁਲ ਸਹੀ ਹੈ। ਖਾਰਵੇਲਾ ਕਿੰਗਸ ਉੜੀਸਾ ਦੇ ਵਿੱਚ ਰਾਜ ਕਰਦੇ ਸੀ, ਉਹਨਾਂ ਦੇ ਟਾਈਮ ਦੀਆਂ ਇਹ ਗੁਫਾਵਾਂ ਨੇ। ਤੀਜਾ ਪੁਆਇੰਟ ਜਿਹੜਾ ਹੈ ਉਹ ਕਹਿੰਦਾ ਹੈ ਕਿ ਇਹ ਬਣਾਈਆਂ ਕਿਹਨਾਂ ਵਾਸਤੇ ਗਈਆਂ ਸੀ? ਬੁੱਧਿਸਟ ਮੌਂਕਸ ਵਾਸਤੇ ਬਣਾਈਆਂ ਗਈਆਂ ਸੀ। ਇਹ ਪੁਆਇੰਟ ਗਲਤ ਹੈ। ਜੇ ਤੁਸੀਂ ਖਾਰਵੇਲਾ ਕਿੰਗਡਮ ਬਾਰੇ ਪੜ੍ਹਿਆ ਹੋਏਗਾ ਤੇ ਸਭ ਤੋਂ ਜ਼ਿਆਦਾ ਜੈਨਿਜ਼ਮ ਨੂੰ ਮੰਨਦੇ ਸੀ ਤੇ ਜਿਹੜੀਆਂ ਕੇਵਸ ਵੀ ਬਣਾਈਆਂ ਗਈਆਂ ਸੀ ਇਹ ਸਭ ਤੋਂ ਪਹਿਲਾਂ ਸਪੈਸੀਫਿਕਲੀ ਜੇ ਆਪਾਂ ਪ੍ਰਾਈਮ ਦੀ ਗੱਲ ਕਰੀਏ, ਪ੍ਰਾਈਮ ਇਹ ਜੈਨਿਜ਼ਮ ਵਾਸਤੇ ਬਣਾਈਆਂ ਗਈਆਂ ਸੀ, ਨਾ ਕਿ ਬੁੱਧਿਸਟ ਵਾਸਤੇ। ਇਹਦਾ ਮਤਲਬ ਮੇਰਾ ਥਰਡ ਪੁਆਇੰਟ ਜਿਹੜਾ ਹੈ ਉਹ ਗਲਤ ਹੈ ਤੇ ਕਰੈਕਟ ਆਨਸਰ ਕੀ ਹੋ ਜਾਏਗਾ? ਓਨਲੀ 1 ਐਂਡ 2। ਨੈਕਸਟ ਕੁਐਸਚਨ, ਜੌਨ ਲੌਕ, ਬੈਰੋਨ ਦੇ ਮੌਂਟੈਸਕੋ, ਜੀਨ ਜੈਕਸ ਰੋਸੇ, ਇਹ ਸਾਰੇ ਕੀ ਨੇ? ਇਹ ਰੈਵੋਲੂਸ਼ਨਰੀ ਤੁਸੀਂ ਕਹਿ ਸਕਦੇ ਹੋ, ਰੈਵੋਲੂਸ਼ਨਰੀ ਥਿੰਕਰਸ ਨੇ। ਪੰਜਾਬ ਤੁਹਾਨੂੰ ਪਤਾ ਹੈ ਕਿ ਇਦਾਂ ਦੇ ਵਿੱਚੋਂ ਕੁਐਸਚਨ ਪੱਕਾ ਫਰੇਮ ਕਰਦਾ ਹੈ, ਪਰ ਇਸ ਵਾਰ ਦਾ ਕੁਐਸਚਨ ਜਿਹੜਾ ਉਹ ਡਿਫਰੈਂਟ ਆਇਆ ਥੋੜਾ। ਇਹ ਯੂਨਾਈਟਿਡ ਸਟੇਟ ਦਾ ਤੁਸੀਂ ਦੱਸਣਾ ਹੈ ਕਿ ਇਹਨਾਂ ਸਾਰੇ ਥਿੰਕਰਸ ਦਾ ਯੂਨਾਈਟਿਡ ਸਟੇਟ ਤੇ ਕੀ ਇੰਪੈਕਟ ਪਿਆ ਸੀ। ਜਦੋਂ ਇਹ ਥਿੰਕਰਸ ਆਏ ਸੀ ਐਕਚੁਅਲ ਦੇ ਵਿੱਚ ਉਦੋਂ ਜਗ੍ਹਾ ਜਗ੍ਹਾ ਤੇ ਸਰਫਡਮ ਚੱਲਦਾ ਪਿਆ ਸੀਗਾ, ਮਤਲਬ ਸਾਰੇ ਗੁਲਾਮੀ ਚੱਲ ਰਹੀ ਸੀ ਹਰ ਜਗ੍ਹਾ ਤੇ, ਹਨਾ। ਤੇ US ਵੀ ਉਦੋਂ ਆਜ਼ਾਦ ਨਹੀਂ ਸੀਗਾ ਪ੍ਰੋਪਰ। ਉਦੋਂ ਇਹ ਰੈਵੋਲੂਸ਼ਨਰੀ ਥਿੰਕਰਸ ਆਏ। ਇਹਨਾਂ ਦਾ ਇੰਪੈਕਟ US ਤੇ ਕੀ ਪਿਆ ਹੋਗਾ? ਓਬਵੀਅਸਲੀ ਇਹਨਾਂ ਨੇ US ਤੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਮੋਟੀਵੇਟ ਕੀਤਾ ਹੋਗਾ ਤੇ ਇਸੇ ਕਰਕੇ US ਦੇ ਵਿੱਚ ਵੇਵ ਚੱਲੀ ਜਿਹਦੇ ਨਾਲ ਯੂਨਾਈਟਿਡ ਸਟੇਟ ਜਿਹੜਾ ਹੈ ਉਹ ਆਜ਼ਾਦ ਹੋ ਗਿਆ ਅੱਗੇ ਚੱਲ ਕੇ। ਇਹਦਾ ਸਹੀ ਆਨਸਰ ਜਿਹੜਾ ਹੈ 77th ਦਾ ਇਹ B ਹੈ। ਦੇਖੋ ਇਹ ਯੂਰੋਪੀਅਨ ਪੋਲੀਟੀਕਲ ਥਿੰਕਰ ਸੀ, ਰੈਵੋਲੂਸ਼ਨਰੀ ਥਿੰਕਰ ਵੀ ਆਪਾਂ ਇਹਨਾਂ ਨੂੰ ਕਹਿੰਦੇ ਆ, ਜਿਨ੍ਹਾਂ ਨੇ ਕੀ ਕੀਤਾ? ਅਮਰੀਕਨ ਲੀਡਰਸ ਨੂੰ ਇਨਫਲੂਐਂਸ ਕੀਤਾ ਜਦੋਂ ਕਿ ਰੈਵੋਲੂਸ਼ਨ ਚੱਲ ਰਿਹਾ ਸੀ ਅਮਰੀਕਾ ਦੇ ਵਿੱਚ, ਤਾਂ ਕਿ ਉਹ ਆਜ਼ਾਦ ਹੋ ਪਾਣ ਗੁਲਾਮੀ ਤੋਂ ਅੰਗਰੇਜ਼ਾਂ ਦੀ। ਓਕੇ, 77 ਦਾ B ਸਹੀ ਹੈ। ਅਗਲਾ ਕੁਐਸਚਨ ਕੀ ਹੈ? ਅਗਲਾ ਕੁਐਸਚਨ ਪੋਟਸਡੈਮ ਕਾਨਫਰੰਸ ਤੇ ਹੈ। ਇਹ ਕੁਐਸਚਨ ਜਿਹੜਾ ਹੈ ਵਰਲਡ ਹਿਸਟਰੀ ਚੋਂ ਫਰੇਮ ਹੋਇਆ ਹੈ, ਵਰਲਡ ਹਿਸਟਰੀ ਸਿਲੇਬਸ ਦੇ ਵਿੱਚ ਮੈਂਸ਼ਨ ਵੀ ਹੈ। ਇਹ ਕਾਨਫਰੰਸ ਦੇ ਵਿੱਚ ਡਿਸਾਈਡ ਕੀਤਾ ਗਿਆ ਸੀਗਾ ਕਿ ਜਿਹੜੀ ਨਾਜ਼ੀ ਜਰਮਨੀ ਹੈ, ਇਹ ਕਾਨਫਰੰਸ ਹੋਈ ਸੀ ਜਦੋਂ ਵਰਲਡ ਵਾਰ 2 ਐਂਡ ਹੋ ਗਿਆ ਸੀ। ਨਾਜ਼ੀ ਜਿਹੜੀ ਜਰਮਨੀ ਜਿਹਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਸੀ ਵਰਲਡ ਵਾਰ 2 ਦੇ ਵਿੱਚ, ਇਸ ਕਾਨਫਰੰਸ 'ਚ ਡਿਸਾਈਡ ਕੀਤਾ ਗਿਆ ਕਿ ਅਸੀਂ ਕੁਝ ਇੱਕ ਸੈਂਕਸ਼ਨਸ ਲਗਾ ਦੇਵਾਂਗੇ ਨਾਜ਼ੀ ਦੇ ਉੱਤੇ, ਮਤਲਬ ਰੁਕਾਵਟਾਂ ਲਾ ਦਾਂਗੇ ਜਿਹਦੇ ਨਾਲ ਨਾਜ਼ੀ ਨੇ ਜਿਹੜੀ ਵੀ ਹਰਕਤ ਕੀਤੀ ਹੈ ਵਰਲਡ ਵਾਰ 2 ਦੇ ਵਿੱਚ ਉਹ ਦੁਬਾਰਾ ਰਿਪੀਟ ਨਾ ਹੋ ਸਕੇ। ਤੁਸੀਂ ਉਸ ਹਰਕਤ ਬਾਰੇ ਦੱਸਣਾ ਹੈ, ਉਸ ਸੈਂਕਸ਼ਨ ਬਾਰੇ ਦੱਸਣਾ ਹੈ ਜਿਹੜੀ ਕਿ ਇਸ ਕਾਨਫਰੰਸ 'ਚ ਲਗਾਈ ਗਈ। ਇਹਦਾ ਸਹੀ ਆਨਸਰ ਕੀ ਹੈ? 78 ਦਾ C। ਕੀਤਾ ਕੀ ਗਿਆ? ਜੇ ਤੁਸੀਂ ਕਾਮਨ ਸੈਂਸ ਨਾਲ ਵੀ ਸੋਚੋਗੇ ਤਾਂ ਇਹਦੇ ਵਿੱਚ ਇਹੀ ਕੀਤਾ ਗਿਆ ਸੀਗਾ ਕਿ ਕੋਈ ਵੀ ਇਦਾਂ ਦੀ ਇੰਡਸਟਰੀ, ਠੀਕ ਹੈ, ਜਿਹੜੀ ਕਿ ਵਾਰ ਨੂੰ ਅੱਗੇ ਚੱਲ ਕੇ ਵਧਾ ਸਕਦੀ ਹੈ। ਮਤਲਬ ਤੁਹਾਨੂੰ ਪਤਾ ਹੋਏਗਾ ਨਾਜ਼ੀਜ਼ ਜਿਹੜੇ ਸੀਗੇ, ਠੀਕ ਹੈ, ਹਿਟਲਰ ਦੇ ਟਾਈਮ 'ਚ ਕੀ ਹੋਇਆ ਸੀ? ਬਹੁਤ ਸਾਰੀਆਂ ਵੈਪਨ ਦੀਆਂ ਇੰਡਸਟਰੀਜ਼ ਖੁੱਲ੍ਹ ਗਈਆਂ ਸੀ ਜਰਮਨੀ ਦੇ ਵਿੱਚ। ਹਰ ਇੱਕ ਚੀਜ਼ ਜਿਹੜੀ ਆ ਵੱਧ ਕੇ ਬਣਾਈ ਜਾ ਰਹੀ ਸੀ ਤਾਂ ਕਿ ਉਹ ਲੜਾਈ ਵਿੱਚ ਜਿੱਤ ਪਾਣ। ਇਸ ਕਰਕੇ ਇਸ ਕਾਨਫਰੰਸ 'ਚ ਕੀ ਸੋਚਿਆ ਗਿਆ ਕਿ ਅਸੀਂ ਉਹ ਪੋਟੈਂਸ਼ੀਅਲੀ ਡਿਸਟਰੋਏ ਕਰ ਦੇਣਾ ਹੈ ਜਿਹਦੇ ਨਾਲ ਲੜਾਈ ਹੋ ਰਹੀ ਹੈ, ਠੀਕ ਹੈ। ਮਤਲਬ ਅਲੱਗ-ਅਲੱਗ ਡਿਫਰੈਂਟ ਜਿਹੜੀਆਂ ਇੰਡਸਟਰੀਜ਼ ਨੇ ਜਿਹਨਾਂ ਕਰਕੇ, ਜਿੱਦਾਂ ਆਰਮਸ ਦੀ ਇੰਡਸਟਰੀ ਹੋ ਗਈ, ਫਿਰ ਮੈਟਲ ਦੇ ਓਰਸ ਹੋ ਗਏ, ਉਹਨਾਂ ਦਾ ਐਕਸਪਲੋਰੇਸ਼ਨ ਬੰਦ ਕਰਨਾ, ਇਹ ਸਾਰਾ ਕੁਝ ਜਿਹੜਾ ਇਹਨਾਂ ਨੇ ਡਿਸਾਈਡ ਕੀਤਾ। ਇਹਦਾ ਆਨਸਰ C ਹੈ, ਡਿਸੇਬਲਡ ਇਨ ਆਰਡਰ ਟੂ ਡਿਸਟਰੋਏ ਪੋਟੈਂਸ਼ੀਅਲ ਆਫ ਵਾਰ। ਮਤਲਬ ਪੋਟੈਂਸ਼ੀਅਲ ਆਫ ਵਾਰ ਨੂੰ ਪੈਦਾ ਹੀ ਹੋਣ ਨਹੀਂ ਦੇਣਾ, ਇਸ ਕਰਕੇ ਅਸੀਂ ਉਹਦੀ ਪਹਿਲੇ ਹੀ ਰੋਕ ਲਗਾ ਦੇਣੀ ਹੈ ਉੱਤੇ। ਅਗਲਾ ਕੁਐਸਚਨ ਮੈਚ ਦਾ ਫੋਲੋਇੰਗ 'ਚ। ਕੁਐਸਚਨ ਪੰਜਾਬ ਦੀ ਜੀਕੇ 'ਚੋਂ ਆਇਆ ਹੈ। ਪੰਜਾਬ ਦੀ ਜੀਕੇ ਤੁਸੀਂ ਜੇ ਪੜ੍ਹੀ ਹੋਏਗੀ ਤੁਸੀਂ ਕੁਐਸਚਨ ਆਰਾਮ ਨਾਲ ਕਰ ਲਓਗੇ। ਇਹਦੇ ਵਿੱਚ ਤੁਸੀਂ ਮੈਚ ਦਾ ਫੋਲੋਇੰਗ ਦੱਸਣੀਆਂ ਨੇ, ਤੁਹਾਨੂੰ ਡਿਫਰੈਂਟ ਮਿਸਲਸ ਦੱਸੀਆਂ ਨੇ ਤੇ ਦੱਸਿਆ ਗਿਆ ਕਿਹੜੀ ਕਿਹੜੀ ਮਿਸਲ ਦੇ ਨਾਲ ਕਿਹੜੀ ਕਿਹੜੀ ਪਰਸਨੈਲਿਟੀ ਐਸੋਸੀਏਟਿਡ ਸੀ। ਮਿਸਲ ਅਸੀਂ ਸਾਰੇ ਜਾਣਦੇ ਹਾਂ। ਇੱਕ ਤੁਸੀਂ ਕਹਿ ਸਕਦੇ ਹੋ ਕਲੈਕਸ਼ਨ ਸੀਗਾ, ਆਰਗੇਨਾਈਜ਼ ਕੀਤਾ ਗਿਆ ਪ੍ਰੋਪਰ ਆਰਮੀ ਨੂੰ, ਪ੍ਰੋਪਰ ਸਿੱਖਸ ਨੂੰ, ਤਾਂ ਕਿ ਅਸੀਂ ਪੰਜਾਬ ਤੇ ਰੂਲ ਕਰ ਸਕੀਏ, ਵਧੀਆ ਤਰੀਕੇ ਨਾਲ ਗਵਰਨ ਕਰ ਸਕੀਏ ਪੰਜਾਬ ਨੂੰ। 79th ਦਾ ਜਿਹੜਾ ਸਹੀ ਆਨਸਰ ਹੈ ਉਹ ਕੀ ਹੈ? ਸਾਡੇ ਕੋਲ ਹੈ ਇਹਦਾ ਆਨਸਰ A। ਮੈਚ ਦੇਖ ਲੈਂਦੇ ਆ। A ਦਾ ਕੀ ਹੈ? 2, ਮਤਲਬ ਜੈ ਸਿੰਘ ਕਨਈਆ ਮਿਸਲ ਤੋਂ ਬਿਲੋਂਗ ਕਰਦੇ ਸੀਗੇ। ਹੀਰਾ ਸਿੰਘ ਜੀ ਕਿਹੜੀ ਮਿਸਲ ਤੋਂ ਬਿਲੋਂਗ ਕਰਦੇ ਸੀ? ਨਕਈ ਮਿਸਲ ਤੋਂ। ਫਸਟ C ਦਾ ਫਸਟ। ਦਸੌਂਦਾ ਸਿੰਘ ਕਿਹੜੀ ਮਿਸਲ ਤੋਂ ਬਿਲੋਂਗ ਕਰਦੇ ਸੀ? ਸੁਕਰ ਚੱਕਿਆ ਮਿਸਲ ਤੋਂ। ਨੌਦ ਸਿੰਘ ਜੀ ਬਿਲੋਂਗ ਕਰਦੇ ਸੀਗੇ
नहीं, नौध सिंह जी ਜਿਹੜੇ ਆ ਉਹ ਸ਼ੁਕਰ ਚੱਕੀਆ ਮਿਸਲ ਤੋਂ ਬਿਲੋਂਗ ਕਰਦੇ ਸੀਗੇ। ਸੀ ਦਾ 1 ਹੈ ਦਸੌਂਦਾ ਸਿੰਘ ਜੀ ਨਿਸ਼ਾਨ ਵਾਲੀਆਂ ਮਿਸਲ ਤੋਂ ਬਿਲੋਂਗ ਕਰਦੇ ਸੀਗੇ। ਇਹ ਸਾਰੇ ਹੀ ਪੁਆਇੰਟਸ ਇੰਪੋਰਟੈਂਟ ਨੇ, ਪੰਜਾਬ ਦੀ ਜੀਕੇ ਬਹੁਤ ਇੰਪੋਰਟੈਂਟ ਹੈ, ਇਹਨੂੰ ਵਧੀਆ ਤਰੀਕੇ ਨਾਲ ਪੜ੍ਹਨਾ ਹੈ। ਸ਼ੁਕਰ ਚੱਕੀਆ ਮਿਸਲ ਤੋਂ ਸਭ ਤੋਂ ਮਹਾਨ ਰਾਜਾ ਵੀ ਹੋਏ ਨੇ ਪੰਜਾਬ ਦੇ ਰਣਜੀਤ ਸਿੰਘ ਜੀ। ਠੀਕ ਹੈ, ਇਹਨੂੰ ਨੋਟ ਡਾਊਨ ਕਰ ਲਓ। ਇਹ ਦੁਬਾਰਾ ਰਿਪੀਟ ਦੇ ਵਿੱਚ ਇੱਦਾਂ ਆ ਸਕਦਾ ਹੈ ਕਿ ਨੌਧ ਸਿੰਘ ਜੀ ਕਿਹੜੀ ਮਿਸਲ ਤੋਂ ਬਿਲੋਂਗ ਕਰਦੇ ਸੀ, ਤੁਹਾਡੇ ਕੋਲ 4 ਆਪਸ਼ਨ ਆ ਜੂਗੇ। ਠੀਕ ਹੈ, ਤੇ ਇਹਦਾ ਆਂਸਰ ਕੀ ਹੋਏਗਾ, ਸ਼ੁਕਰ ਚੱਕੀਆ ਮਿਸਲ। अगला क्वेश्चन महाराजा रणजीत सिंह जी ते आ गया। तुसी दसना है कि इन्होंने किहड़े-किहड़े रिलीजियस प्लेसिस नूं ग्रांट दित्ती। जे तुहानूं इहदा आंसर थोड़ा जिहा नहीं भी पता होए तो तुसी एक हिंट लगा सकते हो। महाराजा रणजीत सिंह जी दे कोर्ट विच हर धर्म दे लोग जिहड़े सी ओह काम करदे सी। ये बहुत ही सैकुलर थिंकिंग दे सीगे, हर एक बंदे नूं प्रमोट करदे सी बिना ये देखे कि उहदा रिलीजन की है। धर्मां तो उपर ये मतलब बंदे दे काम नूं ओह सराहना दिंदे हुंदे सीगे। ਇਹਦਾ सही आंसर की होएगा, इन्होंने तिन्ना ही जगह ते हरमंदिर साहिब, अमृतसर, सचखंड, हजूर साहिब, नांदेड़ ते विश्वनाथ टैंपल बनारस, इन्हां तिन्ना ही जगह ते इन्होंने ग्रांट दित्ती है। डी ਇਹਦਾ सही आंसर है। अगला क्वेश्चन जिहड़ा देखो अगस्त दे विच इंडियन एक्सप्रैस दे विच इत्थों ही क्वेश्चन सीधा फ्रेम होया है। सीधियां स्टेटमेंट्स ही चक्कियां गईयां ने, इहदे विच कोई डिस्कस करन वाली गल नहीं है। करैक्ट स्टेटमेंट दसनी है। इहदियां दोनों ही स्टेटमेंट जिहड़ियां ने ओह की ने, असीं करैक्ट दसनियां है। ਇਹਦੀਆਂ दोनों ही स्टेटमेंट ਜਿਹੜੀਆਂ ਨੇ ਉਹ एक्चुअल ਦੇ ਵਿੱਚ ਕੀ ਨੇ, गलत ने। ठीक है, देखो पहले देख लो, चूज द करेक्ट स्टेटमेंट ਤੇ करेक्ट आंसर दसना है। ਅਸੀਂ दोनों ही स्टेटमेंट गलत ने, ਸਿੱਧੀਆਂ ਇਸ ਆਰਟੀਕਲ ਚੋਂ ਇਹ ਸਟੇਟਮੈਂਟਸ ਚੁੱਕੀਆਂ ਗਈਆਂ ਨੇ। ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ ਕਿ 2011 ਦੇ ਸੈਂਸਸ ਦੇ ਹਿਸਾਬ ਨਾਲ ਐਗਰੀਕਲਚਰ ਜਿਹੜਾ ਹੈ ਉਹ ਪੰਜਾਬ ਦਾ 30% ਮਤਲਬ ਵਰਕਰਸ ਉਹਦੇ ਵਿੱਚ ਕੰਮ ਕਰਦੇ ਆ। 30% ਤੋਂ ਜ਼ਿਆਦਾ ਐਗਰੀਕਲਚਰ ਦੇ ਵਿੱਚ ਇਨਵੋਲਵ ਨੇ ਪੰਜਾਬ ਦੇ ਲੋਕ। 2019 ਦੇ ਵਿੱਚ ਇਹਨਾਂ ਨੇ ਕਿਹਾ ਕਿ ਪੰਜਾਬ ਜਿਹੜਾ ਉਹਦਾ 25 ਲੱਖ ਹੈਕਟੇਅਰ ਜਿਹੜਾ ਬਾਸਮਤੀ ਦੇ ਵਿੱਚ ਮਤਲਬ 25 ਲੱਖ ਹੈਕਟਰ ਬਾਸਮਤੀ ਉਗਾਇਆ ਗਿਆ जगह ਤੇ, ਜਿਹੜਾ ਕਿ ਘੱਟ ਕੰਜ਼ਿਊਮ ਕਰਦਾ ਹੈ ਵਾਟਰ ਨੂੰ ਜੇ ਆਪਾਂ ਬਾਕੀ ਕੰਪੇਅਰ ਕਰੀਏ ਪੈਡੀ ਦੀਆਂ ਵੈਰਾਈਟੀ ਨੂੰ। ਇਹ ਪੁਆਇੰਟ ਵੀ ਗਲਤ ਹੈ ਬਿਲਕੁਲ, ਇਸ ਕਰਕੇ ਦੋਨੋਂ ਹੀ ਜਿਹੜੇ ਪੁਆਇੰਟਸ ਨੇ ਗਲਤ ਨੇ। ਨਾਈਦਰ 1 ਨॉट 2 ਇਹਦਾ ਕੀ ਹੋਏਗਾ, ਆਨਸਰ ਹੋਏਗਾ 81st ਦਾ ਡੀ ਹੈ। ਅਗਲਾ ਕੁਐਸਚਨ ਡੈਮਸ ਤੇ ਰਿਜ਼ਰਵਾਇਰ ਤੇ ਹੈ। ਇਹ ਮੈਚ ਦਾ ਫੋਲੋਇੰਗ ਦੱਸਣੀਆਂ ਸੀਗੀਆਂ ਤੁਸੀਂ। ਜੇ ਤੁਹਾਨੂੰ ਪਤਾ ਹੋਏਗਾ ਤਾਮਿਲਨਾਡੂ ਦਾ ਜਿਹੜਾ ਏਰੀਆ ਹੈ ਨੀਲਗਿਰੀ, ਉੱਥੇ ਪਹਾੜੀਆਂ ਨੇ, ਸ਼ੋਲਾ फॉरेस्ट मिलते हैं, ये तुसी जियोग्राफी च पढ़िया होगा NCERT च, इस करके इत्थों तुसी हिंट लगा के कर सकते सी। तामिलनाडु जो शोलायर रिजर्वायर जिहड़ा ओह मिलता है उत्थे ये जिहड़ा रिजर्वायर फाइंड किया जाता है। बिल्कुल सही है, 3rd पॉइंट असी करैक्ट मैच फाइंड करना है। दूजा जिहड़ा गलत है क्योंकि जिहड़ा बारगी डैम है मध्य प्रदेश दे विच है ते जिहड़ा श्री राम सागर रिजर्वायर है ये कित्थे है, तेलंगाना दे विच है। इहदा मतलब मेरा 3 ओनली की होएगा आंसर, ऑप्शन नंबर C इज करेक्ट। 83rd ਦਾ ਆਨਸਰ ਕੀ ਹੋਏਗਾ। 83rd ਦੇ ਵਿੱਚ ਮੈਂ ਦੱਸਣਾ ਹੈ ਕਰੈਕਟ ਕੀ ਹੈ। ਥਾਲ ਘਾਟ ਤੁਹਾਨੂੰ ਪਤਾ ਹੈ 3 ਘਾਟ ਕੀ ਹੁੰਦੇ ਨੇ ਐਕਚੁਅਲ ਦੇ ਵਿੱਚ, ਪੈਸੇਜ ਹੁੰਦੇ ਨੇ। ਜਿਵੇਂ ਪਹਾੜ ਨੇ ਉਹਦੇ ਵਿੱਚੋਂ ਥੋੜਾ ਜਿਹਾ ਰਸਤਾ ਹੋਏਗਾ ਜਿੱਥੋਂ ਤੁਸੀਂ ਲੰਘ ਸਕਦੇ ਹੋ। ਜਿਹੜਾ ਥਾਲ ਘਾਟ ਹੈ ਉਹਨੂੰ ਕਸਾਰਾ ਘਾਟ ਵੀ ਕਿਹਾ ਜਾਂਦਾ ਹੈ, ਬਿਲਕੁਲ ਸਹੀ ਗੱਲ ਹੈ। ਇਹ ਮੈਕਾਲ ਹਿਲ ਦੇ ਵਿੱਚ ਨਹੀਂ ਹੈ, ਮੈਕਾਲ ਹਿਲ ਸੈਂਟਰਲ ਇੰਡੀਆ ਦੇ ਵਿੱਚ ਆਉਂਦੀ ਹੈ। ਜੇ ਤੁਸੀਂ ਥਾਲ ਘਾਟ ਦੀ ਲੋਕੇਸ਼ਨ ਮੈਪ 'ਚ ਦੇਖੀ ਹੋਏਗੀ ਤਾਂ ਇਹ ਵੈਸਟਰਨ ਘਾਟ 'ਚ ਆਉਂਦਾ ਹੈ। ਵੈਸਟਰਨ ਘਾਟ ਜਿਹੜਾ ਹੈ ਉਹ ਸੈਂਟਰਲ ਇੰਡੀਆ ਤੋਂ ਦੂਰ ਹੈ, ਇਸ ਸਾਈਡ 'ਚ ਹੈ। ਠੀਕ ਹੈ, ਥਾਲ ਘਾਟ ਜਿਹੜਾ ਮੈਕਾਲ ਹਿਲ ਦੇ ਵਿੱਚ ਨਹੀਂ ਲੋਕੇਟ ਹੈ, ਬਿਲਕੁਲ ਗਲਤ ਪੁਆਇੰਟ ਹੈ। ਤੀਜਾ ਪੁਆਇੰਟ ਜਿਹੜਾ ਹੈ ਭੁਸਾਵਲ ਕਲਿਆਣ ਰੇਲਵੇ ਲਾਈਨ ਜਿਹੜੀ ਹੈ ਇਹਦੇ ਵਿੱਚੋਂ ਲੰਘਦੀ ਹੈ। ਜੇ ਤੁਹਾਨੂੰ ਇਹ ਪੁਆਇੰਟ ਨਹੀਂ ਵੀ ਪਤਾ ਤੁਸੀਂ ਸਿੱਧਾ ਐਲੀਮੀਨੇਟ ਕਰ ਦਿਓ, ਦੂਜਾ ਆਪਸ਼ਨ ਉਡਾ ਦਿਓ। ਜਿਵੇਂ ਤੁਸੀਂ ਦੂਜਾ ਆਪਸ਼ਨ ਉਡਾਓਗੇ ਤੁਹਾਡੇ ਕੋਲ ਆਂਸਰ ਸਿੱਧਾ ਆ ਜਾਏਗਾ C। ਤੀਸਰਾ ਪੁਆਇੰਟ ਵੀ ਇਹਦਾ ਮਤਲਬ ਬਿਲਕੁਲ ਸਹੀ ਹੈ। ਇਹ ਵਾਲੀ ਰੇਲਵੇ ਲਾਈਨ ਇਸੇ ਥਾਲ ਘਾਟ 'ਚੋਂ ਪਾਸ ਹੁੰਦੀ ਹੈ। 83 ਦਾ ਸਹੀ ਆਂਸਰ ਕੀ ਹੋਇਆ, C। अगला क्वेश्चन है, तुसी दसना है कि इन्हां विचों किहड़ा ग्लेशिएटिक वैटलैंड है। ग्लेशिएटिक वैटलैंड का मतलब की होया, जिवें कोई ग्लेशियर है, ठीक है, ओहदियां लेक्स बनदियां ने, उस लेक्स दे विच जिहड़ी भी मतलब तुसी कह सकते हो बायोम्स आए, बायोडाइवर्सिटी क्रिएट होई, उहनूं आपां कहने आ ग्लेशिएटिक वैटलैंड। ठीक है, किहड़ा इहदे विचों, इहदा सही आंसर है चंद्रताल जिहड़ा हिमाचल प्रदेश दे विच है, ओह एक ग्लेशिएटिक वैटलैंड है। जिहड़ा नीलनाग है कश्मीर दा, एक तरीके नाल फ्रैश वाटर लेक है, यह ग्लेशिएटिक नहीं है। ठीक है, अगला क्वेश्चन तुसी करेक्ट ऑप्शन दसना है। पहली स्टेटमेंट की कहती है, ये ना एक्चुअल दे विच इन्वायरमेंट का क्वेश्चन है। सीधी स्टेटमेंट इन्वायरमेंट दी NCERT चों चुक्कियां गईयां ने। वाइल्ड वाटर बफैलो जिहड़ा है ये की है, नॉर्थ ईस्टर्न ते सेंट्रल इंडिया च मिलता है, बिल्कुल सही पॉइंट है। दूजा पॉइंट कहता है कि इंडियन लैंडस्केप दे विच 85% तो ज़्यादा इन्हां दी पॉपुलेशन वाइल्ड लाइफ बफैलो दी पाई जाती है। ये भी पॉइंट बिल्कुल सही है। 85th का सही आंसर की है, C। अगला क्वेश्चन भी स्टेटमेंट बेस्ड क्वेश्चन बहुत ज़्यादा आए सी। क्वेश्चन देख के डरना नहीं है, जिन्ना क्वेश्चन वड्डा हुंदा उन्ना क्वेश्चन सौखा भी हुंदा है। ठीक है, तुसी थोड़ा जिहा हिंट लै सकदे सी। इंटैलीजेंट गैस जिहड़ा पेपर च जरूर लगाना है क्योंकि नैगेटिव मार्किंग जिहड़ी है नहीं है पंजाब दे पेपर च।
ਫਸਟ ਸਟੇਟਮੈਂਟ ਕੀ ਕਹਿੰਦੀ ਹੈ ਕਿ ਕੋਰਲਸ ਜਿਹੜੇ ਨੇ ਉਹ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਅੰਡਰ ਸ਼ਡਿਊਲ 1 ਦੇ ਵਿੱਚ ਆਉਂਦੇ ਨੇ। ਸਾਨੂੰ ਸਾਰਿਆਂ ਨੂੰ ਪਤਾ ਹੈ ਕੋਰਲਸ ਜਿਹੜੇ ਨੇ ਉਹ ਖਤਮ ਵੀ ਹੋ ਰਹੇ ਨੇ। ਸ਼ਡਿਊਲ 1 ਜਿਹੜਾ ਸਭ ਤੋਂ ਜ਼ਿਆਦਾ ਪ੍ਰੋਟੈਕਸ਼ਨ ਦਿੰਦਾ ਹਾਈਐਸਟ ਲੈਵਲ ਦੀ, ਇਸ ਕਰਕੇ ਇਹ ਪੁਆਇੰਟ ਬਿਲਕੁਲ ਸਹੀ ਹੈ ਕਿ ਸ਼ਡਿਊਲ 1 ਦੇ ਵਿੱਚ ਕੋਰਲਸ ਵੀ ਆਉਂਦੇ ਨੇ ਪ੍ਰੋਟੈਕਸ਼ਨ ਵਾਸਤੇ। ਆਹ ਕੁਐਸਚਨ ਆਪ ਸਟੇਟਮੈਂਟ ਜਿਹੜੀ ਹੈ ਜਿਹਦੇ ਵਿੱਚ ਕੋਰਲਸ ਦੇ ਟਾਈਪ ਦੱਸੇ ਗਏ ਨੇ, ਇਹ ਸਟੇਟਮੈਂਟ ਸਿੱਧੀ ਇੱਕ ਬੁੱਕ ਚੋਂ ਚੱਕੀ ਗਈ ਹੈ, ਠੀਕ ਹੈ, ਇਨਵਾਇਰਨਮੈਂਟ ਦੀ ਬੁੱਕ ਦੇ ਵਿੱਚੋਂ, ਤੇ ਤੁਸੀਂ NCERT 'ਚ ਵੀ ਥੋੜਾ ਬਹੁਤ ਦੇਖ ਸਕਦੇ ਹੋ, ਤੁਹਾਨੂੰ ਕੋਰਲਸ ਦੀਆਂ ਟਾਈਪਸ ਦਿਖ ਜਾਣਗੀਆਂ। ਇਹ ਸਾਰੀਆਂ ਕੋਰਲਸ ਦੀਆਂ ਟਾਈਪ ਨੇ ਤੇ ਇਹਦੇ ਵਿੱਚ ਦੱਸਿਆ ਕਿ ਗਿਆ ਹੈ ਕਿ ਹੁਣੇ ਮਹਾਰਾਸ਼ਟਰ ਦੀ ਜਿਹੜੀ ਗਵਰਨਮੈਂਟ ਹੈ ਉਹਨੇ ਪਰਮਿਸ਼ਨ ਦੇ ਦਿੱਤੀ ਹੈ ਕਿ ਕੋਰਲ ਕਲੋਨੀਜ਼ ਨੂੰ ਅਸੀਂ ਟਰਾਂਸਲੋਕੇਟ ਕਰਕੇ ਕੀ ਕਰਾਂਗੇ, ਦੂਜੀ ਜਗ੍ਹਾ ਤੇ ਲੈ ਕੇ ਜਾਵਾਂਗੇ ਤਾਂ ਕਿ ਇੱਕ ਹੀ ਜਗ੍ਹਾ ਤੇ ਜ਼ਿਆਦਾ ਕੋਰਲ ਹੋਣ ਦੇ ਨਾਲ ਉੱਥੇ ਕੰਜੈਸ਼ਨ ਨਾ ਹੋ ਜਾਵੇ, ਠੀਕ ਹੈ। ਬਿਲਕੁਲ ਸਹੀ ਪੁਆਇੰਟ ਹੈ। 86th ਦੀ ਜਿਹੜੀ ਦੋਨੋਂ ਹੀ ਸਟੇਟਮੈਂਟ ਨੇ ਉਹ ਸਹੀ ਨੇ, ਬੋਥ 1 ਐਂਡ 2 ਇਹਦਾ ਆਂਸਰ ਹੈ। ਨੈਕਸਟ ਕੁਐਸਚਨ ਕੋਵਿਡ-19 ਪੈਂਡੇਮਿਕ ਤੇ ਹੈ ਤੇ ਇਹ ਰਿਲੇਟਡ ਟੂ ਹੈ ਸੈਕਸ ਵਰਕਰਸ। ਤੁਹਾਨੂੰ ਪਤਾ ਹੈ ਕੋਵਿਡ-19 ਨੇ ਹਰ ਇੱਕ ਬੰਦੇ ਦਾ ਜਿਹੜਾ ਇਕਨੋਮਿਕ ਤੁਸੀਂ ਕਹਿ ਸਕਦੇ ਹੋ ਸਹਾਰਾ ਹੈ ਉਹ ਤੋੜ ਦਿੱਤਾ। ਬੰਦੇ ਦੀ ਸਾਡੀ ਇਕਨੋਮੀ ਵੀ ਡਾਊਨ ਗਈ, ਹਰ ਇੱਕ ਬੰਦੇ ਦੀ ਜੇਬ ਦੇ ਖਰਚੇ ਵੀ ਜਿਹੜੇ ਨੇ ਉਹ ਬਹੁਤ ਮਹਿੰਗੇ ਹੋ ਗਏ। ਕੋਵਿਡ-19 ਪੈਂਡੇਮਿਕ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਸੈਕਸ ਵਰਕਰ ਤੇ ਕੀ ਇਫੈਕਟ ਪਿਆ। ਇਹਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਇਸ ਇਫੈਕਟ ਦੇ ਥਰੂ NHRC ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੇ ਕੁਝ ਐਡਵਾਈਸ ਦਿੱਤੀ ਸੀ ਕਿ ਸੈਕਸ ਵਰਕਰਸ ਵਾਸਤੇ ਕੁਝ ਕੀਤਾ ਜਾਵੇ। ਉਹ ਦੋ ਸਟੇਟਮੈਂਟ ਦਿੱਤੀਆਂ ਨੇ, ਇਹਨਾਂ ਵਿੱਚੋਂ ਦੱਸਣਾ ਹੈ ਕਰੈਕਟ ਕਿਹੜੀ ਹੈ ਐਡਵਾਈਸ, ਠੀਕ ਹੈ। ਪਹਿਲੀ ਸਟੇਟਮੈਂਟ ਕੀ ਸੀਗੀ ਕਿ ਜਿਹੜੀ NHRC ਨੇ ਕੀ ਕਿਹਾ ਕਿ ਅਸੀਂ ਇਹਨਾਂ ਦਾ ਸਟੇਟਸ ਇਨਫਾਰਮਲ ਵਰਕਰ ਤੋਂ ਕੀ ਕਰ ਦੇਵਾਂਗੇ, ਵਿਮਨ ਐਟ ਵਰਕ ਕਰ ਦੇਵਾਂਗੇ। ਸਾਡੇ ਕੋਲ ਦੋ ਤਰ੍ਹਾਂ ਦੇ ਵਰਕਰ ਹੁੰਦੇ ਨੇ, ਇੱਕ ਫਾਰਮਲ ਹੁੰਦੇ ਨੇ ਜਿਵੇਂ ਕੋਈ ਆਫਿਸ ਜਾ ਰਿਹਾ ਹੈ, ਠੀਕ ਹੈ, IT ਸੈਕਟਰ ਜੌਬ ਕਰਦਾ ਹੈ, ਇੱਕ ਇਨਫਾਰਮਲ ਹੁੰਦੇ ਨੇ ਜਿਹੜੇ ਕਿ ਵੈਂਡਰਸ ਹੋ ਗਏ, ਠੀਕ ਹੈ, ਲੋਕਲ ਟੀ ਸਟਾਲ ਲਗਾਉਣ ਵਾਲੇ। ਹੁਣ ਇਹਨਾਂ ਨੇ ਕਿਹਾ ਕਿ ਜਿਹੜੇ ਸੈਕਸ ਵਰਕਰ ਨੇ ਉਹ ਇਨਫਾਰਮਲ ਵਰਕਰ ਦੇ ਸਟੇਟਸ ਤੇ ਨੇ, ਇਹਨਾਂ ਨੂੰ ਵਿਮਨ ਐਟ ਵਰਕ ਕਰ ਦਿਓ। ਜੇ ਤੁਸੀਂ ਥੋੜਾ ਬਹੁਤ ਨਿਊਜ਼ਪੇਪਰ ਪੜ੍ਹਦੇ ਹੋਵੋਗੇ ਤਾਂ ਤੁਹਾਨੂੰ ਪਤਾ ਹੋਏਗਾ, ਆ ਦੇਖੋ ਨਿਊਜ਼ ਦੇ ਵਿੱਚੋਂ ਹੀ ਚੱਕੀ ਗਈ ਐਕਚੁਅਲ ਦੇ ਵਿੱਚ ਸਟੇਟਮੈਂਟ ਹੈ, ਅਕਤੂਬਰ ਦੇ ਵਿੱਚ ਆਰਟੀਕਲ ਵੀ ਆਇਆ ਸੀ। ਇਨਫਾਰਮਲ ਵਰਕਰ ਦਾ ਸਟੇਟਸ ਵੀ ਹਜੇ ਤੱਕ ਨਹੀਂ ਹੈਗਾ ਸੈਕਸ ਵਰਕਰ ਕੋ। NHRC ਨੇ ਇਹ ਕਿਹਾ ਕਿ ਅਸੀਂ ਇਹਨਾਂ ਨੂੰ ਇਨਫਾਰਮਲ ਵਰਕਰ ਦਾ ਦਰਜਾ ਦੇ ਦਿੰਦੇ ਹਾਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੈਕਸ ਵਰਕਰਸ ਨੂੰ ਇੰਨਾ ਕੋਈ ਚੰਗਾ ਨਹੀਂ ਸਮਝਿਆ ਜਾਂਦਾ ਸਾਡੀ ਸੁਸਾਇਟੀ ਦੇ ਵਿੱਚ, ਸਟਿਗਮਾ ਬਹੁਤ ਵੱਡਾ ਕ੍ਰੀਏਟ ਹੋ ਚੁੱਕਿਆ ਹੈ ਤੇ ਉਹਦੇ ਕਰਕੇ ਇਹਨਾਂ ਨੂੰ ਜ਼ਿਆਦਾ ਰਿਸਪੈਕਟਫੁਲ ਤਰੀਕੇ ਨਾਲ ਵੀ ਨਹੀਂ ਦੇਖਿਆ ਜਾਂਦਾ ਤੇ ਇਹਨਾਂ ਨੂੰ ਕਿਸੇ ਵੀ ਤਰੀਕੇ ਦਾ ਵਰਕਰ ਦਾ ਜਿਹੜਾ ਹੈ ਉਹ ਰੁਤਬਾ ਨਹੀਂ ਦਿੱਤਾ ਗਿਆ। NHRC ਨੇ ਕਿਹਾ ਕਿ ਅਸੀਂ ਇਹਨਾਂ ਨੂੰ ਇਨਫਾਰਮਲ ਵਰਕਰ ਦਾ ਰੁਤਬਾ ਦੇ ਦਿੰਦੇ ਹਾਂ। ਇਹਦੇ ਨਾਲ ਕੀ ਹੋਏਗਾ, ਇਹ ਡਿਫਰੈਂਟ ਪੈਨਸ਼ਨ ਸਕੀਮਸ ਹੋ ਗਈਆਂ, ਇਹਨਾਂ ਵਿੱਚ ਇਹ ਅਪਲਾਈ ਕਰ ਸਕਣਗੇ। ਇਹ ਪੁਆਇੰਟ ਗਲਤ ਹੈ ਕਿਉਂਕਿ ਵੂਮਨ ਐਟ ਵਰਕ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਗੱਲ ਕੀਤੀ ਕਿ ਅਸੀਂ ਇਹਨਾਂ ਨੂੰ ਇਨਫਾਰਮਲ ਵਰਕਰ ਦਾ ਦਰਜਾ ਦੇ ਦੇਵਾਂਗੇ। ਦੂਜੀ ਸਟੇਟਮੈਂਟ ਕੀ ਕਹਿੰਦੀ ਹੈ ਕਿ ਇਹ ਜਿਹੜੇ ਵਰਕਰਸ ਨੇ ਇਹਨਾਂ ਨੂੰ ਅਸੀਂ ਹਿਊਮੈਨਿਟੇਰੀਅਨ ਗਰਾਊਂਡ ਤੇ ਕੀ ਦੇਵਾਂਗੇ, ਬੈਨੀਫਿਟ ਦੇਵਾਂਗੇ ਜਿਹੜੇ ਕਿ ਇਨਫਾਰਮਲ ਵਰਕਰਸ ਨੂੰ ਵੀ ਦਿੱਤੇ ਜਾਂਦੇ ਨੇ। ਹੁਣ ਦੇਖੋ ਤੁਹਾਨੂੰ ਇਸ ਕੁਐਸਚਨ ਵਿੱਚ ਕੁਝ ਵੀ ਨਹੀਂ ਆਉਂਦਾ ਤਾਂ ਤੁਸੀਂ ਦੂਜੀ ਸਟੇਟਮੈਂਟ ਤੋਂ ਹਿੰਟ ਲੈ ਸਕਦੇ ਹੋ ਕਿ ਦੂਜੀ ਸਟੇਟਮੈਂਟ 'ਚ NHRC ਇਹ ਕਹਿੰਦਾ ਪਿਆ ਹੈ ਕਿ ਅਸੀਂ ਇਹਨਾਂ ਨੂੰ ਸੇਮ ਉਹੀ ਫੈਸਿਲਿਟੀ ਦੇਵਾਂਗੇ ਜਿਹੜੀ ਇਨਫਾਰਮਲ ਵਰਕਰ ਨੂੰ ਦਿੱਤੀ ਜਾਂਦੀ ਹੈ। ਇਹ ਪੁਆਇੰਟ ਬਿਲਕੁਲ ਸਹੀ ਹੈ। ਜੇ ਇਨਫਾਰਮਲ ਵਰਕਰ ਦੀ ਫੈਸਿਲਿਟੀ ਦੇਣੀ ਹੈ ਤਾਂ ਫਿਰ ਇੱਥੇ ਗੱਲ ਕਾਹਤੋਂ ਕਰ ਰਹੇ ਨੇ ਕਿ ਇਨਫਾਰਮਲ ਵਰਕਰ ਤੋਂ ਬਦਲ ਕੇ ਅਸੀਂ ਇਹਨਾਂ ਨੂੰ ਵਿਮਨ ਐਟ ਵਰਕ ਕਰ ਦੇਵਾਂਗੇ, ਠੀਕ ਹੈ। ਇੱਥੋਂ ਹੀ ਸਮਝ ਲਓ ਕਿ ਇਨਫਾਰਮਲ ਵਰਕਰ ਜਿਹੜਾ ਹੈ ਉਹ ਦਰਜਾ ਦਿੱਤਾ ਜਾਏਗਾ ਤੇ ਉਹਨਾਂ ਦੀ ਫੈਸਿਲਿਟੀ ਦੀ ਗੱਲ ਹੋਵੇਗੀ। ਇਹਦਾ ਮਤਲਬ ਜਿਹੜਾ ਮੇਰਾ ਫਰਸਟ ਪੁਆਇੰਟ ਹੈ ਉਹ ਕੀ ਹੈ, ਗਲਤ ਹੈ। ਦੂਸਰਾ ਪੁਆਇੰਟ ਮੇਰਾ ਸਹੀ ਹੈ ਕਿ ਇਨਫਾਰਮਲ ਵਰਕਰ ਦਾ ਦਰਜਾ ਦੇ ਕੇ ਸੇਮ ਉਹਨਾਂ ਦੀਆਂ ਫੈਸਿਲਿਟੀਜ਼ ਜਿਹੜੀਆਂ ਨੇ ਉਹ ਇਹਨਾਂ ਨੂੰ ਪ੍ਰੋਵਾਈਡ ਕਰਵਾਈਆਂ ਜਾਣਗੀਆਂ। ਅਗਲਾ ਕੁਐਸਚਨ ਇਨਕਰੈਕਟ ਸਟੇਟਮੈਂਟ ਤੁਸੀਂ ਫਾਈਂਡ ਆਊਟ ਕਰਨੀ ਹੈ, ਠੀਕ ਹੈ। ਪਹਿਲੀ ਸਟੇਟਮੈਂਟ ਕਹਿੰਦੀ ਹੈ ਕਿ ਮੈਡੀਟਰੇਨੀਅਨ ਜਿਹੜਾ ਲੈਂਡ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਵਰਲਡ ਦਾ ਐਕਸਪੋਰਟ ਹੁੰਦਾ ਹੈ ਸਿਟਰਸ ਫਰੂਟ ਦਾ। ਸਿਟਰਸ ਫਰੂਟ ਮਤਲਬ ਸੰਤਰੇ ਹੋ ਗਏ, ਓਲਿਵਸ ਹੋ ਗਏ। ਇੱਥੇ ਦਾ ਜਿਹੜਾ ਕਲਾਈਮੇਟ ਹੈ ਨਾ ਉਹ ਵਿਟੀਕਲਚਰ ਵਾਸਤੇ ਬਹੁਤ ਜ਼ਿਆਦਾ ਵਧੀਆ ਹੈ। ਵਿਟੀਕਲਚਰ, ਠੀਕ ਹੈ, ਇਹ ਸਿਟਰਸ ਫਰੂਟ ਦੀ ਖੇਤੀ ਹੁੰਦੀ ਹੈ, ਬਿਲਕੁਲ ਸਹੀ ਪੁਆਇੰਟ ਹੈ ਇਹ। ਦੂਜਾ ਕਹਿੰਦਾ ਹੈ ਕਿ ਜਿਹੜਾ ਓਲਿਵ ਟਰੀ ਹੈ ਨਾ, ਓਲਿਵ ਮੈਂ ਤੁਹਾਨੂੰ ਦੱਸਿਆ ਵੀ ਸਿਟਰਸ ਫਰੂਟ ਦੇ ਵਿੱਚ ਹੀ ਆਉਂਦਾ ਹੈ। ਇਹ ਸੋਇਲ ਸੈਂਸਿਟਿਵ ਟਰੀ ਹੈ ਤੇ ਇਹ ਨਾ ਵੈਲ ਡਰੇਨਡ ਮਤਲਬ ਜਿੱਥੇ ਜ਼ਿਆਦਾ ਪਾਣੀ ਹੋਏਗਾ ਉੱਥੇ ਹੀ ਪੈਦਾ ਹੋ ਸਕਦਾ ਹੈ। ਇਹ ਪੁਆਇੰਟ ਗਲਤ ਹੈ। ਇਸ ਟਰੀ ਨੂੰ ਜੇ ਜ਼ਿਆਦਾ ਪਾਣੀ ਮਿਲ ਜਾਏਗਾ ਇਹ ਖਰਾਬ ਹੋ ਜਾਂਦਾ, ਇਹਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ। ਦੂਸਰਾ ਪੁਆਇੰਟ ਬਿਲਕੁਲ ਗਲਤ ਹੈ। ਜੇ ਦੂਸਰਾ ਪੁਆਇੰਟ ਮੈਂ ਹੁਣ ਗਲਤ ਕੀਤਾ, ਠੀਕ ਹੈ, ਸਾਡੇ ਕੋਲ ਪੁੱਛਿਆ ਕਿ ਇਹ ਇਨਕਰੈਕਟ ਪੁੱਛਿਆ। ਹੁਣ ਦੇਖੋ ਤੁਸੀਂ ਦੇਖ ਰਹੇ ਹੋ ਸੈਕਿੰਡ ਜਿਹੜਾ ਹੈ ਨਾ ਸਾਰੇ ਪੁਆਇੰਟਸ ਦੇ ਵਿੱਚ ਸਾਰਿਆਂ ਦੇ ਵਿੱਚ ਆਪਸ਼ਨ ਹੈ, ਮਤਲਬ ਦੂਸਰਾ ਕਾਮਨ ਸੈਂਸ ਦੇ ਨਾਲ ਆਪਸ਼ਨ ਦੇਖ ਕੇ ਵੀ ਅਸੀਂ ਗਲਤ ਹੀ ਮਾਰ ਸਕਦੇ ਹਾਂ ਕਿ ਗਲਤ ਹੈ, ਠੀਕ ਹੈ। ਥਰਡ ਪੁਆਇੰਟ ਦੇਖ ਲੈਂਦੇ ਹਾਂ। ਫਰਾਂਸ ਦੇ ਇਹਨਾਂ ਨੇ ਕਿਹਾ ਹੈ ਕਿ ਫਰਾਂਸ ਜਿਹੜਾ ਸਭ ਤੋਂ ਜ਼ਿਆਦਾ ਫਰੈਸ਼ ਗ੍ਰੇਪਸ ਨੂੰ ਕੀ ਕਰਦਾ ਹੈ, ਟ੍ਰੇਡ ਕਰਦਾ ਹੈ ਗ੍ਰੇਪਸ ਦਾ, ਠੀਕ ਹੈ, ਫਰੈਸ਼ ਗ੍ਰੇਪਸ ਦਾ 90% ਸ਼ੇਅਰ ਹੈ। ਗਲਤ ਹੈ। ਇਹ ਜਿਹੜਾ ਟ੍ਰੇਡ ਹੈ ਚਿਲੀ ਕਰਦੀ ਹੈ, ਜਿਹੜਾ ਕਿ ਕੀ ਹੈ, ਕੰਟਰੀ ਹੈ ਇਨ ਦਾ ਸਾਊਥ ਅਮਰੀਕਾ। ਫਰਾਂਸ ਇਹਦਾ ਸਹੀ ਆਪਸ਼ਨ ਨਹੀਂ ਹੈ। ਤੀਸਰਾ ਪੁਆਇੰਟ ਵੀ ਗਲਤ ਹੋ ਗਿਆ, ਠੀਕ ਹੈ। ਹੁਣ ਜੇ 2 ਐਂਡ 3 ਦੀ ਮੈਂ ਗੱਲ ਕਰਾਂ, 2 ਐਂਡ 3 ਇੱਥੇ ਹੀ ਹੈ ਸਿਰਫ। ਫਸਟ ਪੁਆਇੰਟ ਤਾਂ ਸਹੀ ਹੈ। ਜੇ ਫਸਟ ਪੁਆਇੰਟ ਸਹੀ ਹੈ ਤਾਂ ਆਏ ਦਾ ਆਂਸਰ ਹੋ ਨਹੀਂ ਸਕਦਾ। ਇਨਕਰੈਕਟ ਪੁੱਛਿਆ ਹੈ, ਆ ਵੀ ਨਹੀਂ ਹੋ ਸਕਦਾ। ਦੂਸਰਾ ਸਾਨੂੰ ਪਤਾ ਹੀ ਹੈ ਗਲਤ ਹੈ। ਤੀਸਰਾ ਵੀ ਪਤਾ ਲੱਗ ਹੀ ਗਿਆ ਗਲਤ ਹੈ। ਚੌਥਾ ਦੇਖਣ ਦੀ ਲੋੜ ਹੀ ਨਹੀਂ ਪਈ, ਠੀਕ ਹੈ। ਇਸੇ ਕਰਕੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਕੁਐਸਚਨ ਨੂੰ ਦੇਖ ਕੇ ਡਰਨਾ ਨਹੀਂ ਹੈ। ਦੇਖੋ ਚੌਥੇ ਦੀ ਲੋੜ ਹੀ ਨਹੀਂ ਪਈ, ਆਪਸ਼ਨ ਦੇ ਥਰੂ ਹੀ ਅਸੀਂ ਆਂਸਰ ਕੱਢਤਾ। ਚੌਥਾ ਕਹਿੰਦਾ ਕੀ ਹੈ ਕਿ ਜਿਹੜੇ ਕੌਰਕ ਓਕ ਨੇ ਇਹ ਕੀ ਨੇ, ਮੈਡੀਟਰੇਨੀਅਨ ਐਵਰਗ੍ਰੀਨ ਫੋਰੈਸਟ ਦੇ ਵਿੱਚ ਇਹ ਵਾਲੇ ਪਾਏ ਜਾਂਦੇ ਨੇ। ਓਕਸ ਜਿਹੜੇ ਨੇ ਐਕਚੁਅਲ ਦੇ ਵਿੱਚ ਕਿਹੜੇ ਕਲਾਈਮੇਟ 'ਚ ਮਿਲਦੇ ਨੇ, ਜੇ ਆਪਾਂ ਹਾਈ ਐਲਟੀ ਤੇ ਚੱਲ ਜਾਈਏ, ਠੀਕ ਹੈ, ਇੰਡੀਆ ਦੇ ਵਿੱਚ ਵੀ ਚੱਲ ਜਾਈਏ ਹਾਈ ਐਲਟੀਟਿਊਡ ਦੇ, ਉੱਥੇ ਵੀ ਇਹ ਪਾਏ ਜਾਂਦੇ ਨੇ।
अगले क्वेश्चन तुसी करैक्ट जिहड़ी है स्टेटमेंट दसनी है। पहली स्टेटमेंट कहती है कि जेंटल स्लोप की हुंदी है, आ देखो स्टीप स्लोप होगी, आ जेंटल स्लोप होगी, ठीक है। कॉन्टीनेंटल शेल्फ दी जिहड़ी जेंटल स्लोप है, ठीक है, कित्थे है वो ग्रैंड बैंक ऑफ न्यू फाउंडलैंड जिहड़ी कि कनेडा दे विच है। ਇਹ ग्रैंड बैंक क्यों, क्योंकि इत्थे फिशिंग बहुत हाई लैवल ते हुंदी है। ਇਹ वाली इदां दी स्लोप करके फिशिज जिहड़ियां ने वो इत्थे तुहानूं मिल जाणगीਆਂ, तुहानूं ज़्यादा मेहनत नहीं करनी पेगी, ठीक है। इस करके की है इत्थे देखो आही पॉइंट कहता है कि जेंटल स्लोप करके न्यू फाउंडलैंड दे विच की है लार्जेस्ट फिशिंग ग्राउंड ने वर्ल्ड दियां, बिल्कुल सही पॉइंट है। दूसरा पॉइंट कहता है पेलैजिक ते डिमर्जल फिश जिहड़ियां ने वो दोनों ही इत्थे की है कमर्शली कॉट कीतियां जांदियां ने, ये पॉइंट भी बिल्कुल सही है, ठीक है। पेलैजिक ते डिमर्सल की हुंदी ने जिहड़ियां नीचे मिलदियां ने, बिल्कुल बेस ते चल जाओ, मतलब तले ते चल जाओ, ठीक है, ओशियन दे, ते जिहड़ियां पेलैजिक ने वो थोड़ियां उपर मिलदियां ने। तीसरा पॉइंट कहता है कि जिहड़ी कॉड है वो फिश है जिहड़ी कि ग्रैंड बैंक दे विच मिलदी है, बिल्कुल सही पॉइंट है भी। चौथा पॉइंट जिहड़ा है वो की कहता है कि सेंट जॉन, हैलीफैक्स ते यारमूथ की ने न्यू फाउंडलैंड दे पोर्ट्स ने जित्थों की फिश एक्सपोर्ट की जाती है। देखो सेंट जॉन तो हैगा है, लेकिन हैलीफैक्स जिहड़ा है ना न्यू फाउंडलैंड च नहीं आता। हैलीफैक्स किहड़े जगह च आंदा है, हैलीफैक्स नोवा स्कोटिया स्टेट दे विच आंदा है कनेडा दी, ठीक है। इस करके जिहड़ा फोर्थ पॉइंट है वो गलत है। जदों हुण मैं फोर्थ पॉइंट नूं गलत करता, देखो गलत हो गया, मेरे को सही आंसर की बच गया 89 का सी। 1 2 3 जने ने वो सही ने, चौथा गलत है। अगला क्वेश्चन इनकरैक्ट पता करना है, ध्यान रखना है इनकरैक्ट देखा है, ठीक है, इनकरैक्ट देखना है। इहदे विच पहला ऑप्शन की कहता है कि सी ऑफ गैलीली जिहड़ा है यह लावा ब्लॉक्ड लेक है। लावा ब्लॉक्ड लेक का मतलब की हो गया, जिवें जॉर्डन वैली है, इत्थों लावे ने इस नूं ब्लॉक करता वैली नूं, इत्थे हुण लेक बन गई, ठीक है, जॉर्डन वैली दे विच है ये लेक, बिल्कुल सही पॉइंट है। अगला पॉइंट कहता है कि टैफीलैलेट ओसिस जिहड़ा है लीबिया दे विच है, ठीक है। हुण देखो जो तुसीं थोड़ी जी वर्ड जोग्राफी पढ़ी होगी ना, तुसीं इत्थों ही हिंट लै लूंगे, ये वाला ओसिस जिहड़ा है ना मोरक्को दे विच है। हुण जे है ही नहीं लीबिया च, मैं अगे वाली स्टेटमेंट पढ़नी ही नहीं हैगी। हुण मैं क्यों नहीं पढ़नी, क्योंकि देखो तुसीं पेपर स्पीड दे नाल करना है, पेपर बहुत ज़्यादा लैंदी सीगा, इस करके जो थोड़ा जिहा हिंट मिल जाए गलत स्टेटमेंट, अगे की स्टेटमेंट पढ़न की जरूरत नहीं है, पेपर नूं फास्ट भी करना है असीं। ये देखो साडा इनकरैक्ट की हो गया, इस क्वेश्चन के अकॉर्डिंग साडा हो गया बी आंसर, ओनली 2 गलत है। अगला क्वेश्चन कितने है, मेडिकल टर्मिनेशन ऑफ प्रेगनेंसी अमेंडमेंट बिल ते है। इत्थे क्वेश्चन पक्का फ्रेम होना सी, कंट्रोवर्सी दे विच भी बहुत ज़्यादा रहा। तुसीं देखो आर्टिकल्स बहुत आए, जनवरी आर्टिकल आया सी द हिंदू दे विच। इस टर्मिनेशन बिल दे विच की किया जाता है कि असी मेडिकल टर्मिनेशन ऑफ प्रेगनेंसी एक्ट 1971 नूं अमेंड करांगे, बिल्कुल सही पॉइंट है। करैक्ट स्टेटमेंट फाइंड आउट करनी है असी। दूसरा कहता है कि बिल जिहड़ा स्टेट लैवल ते मेडिकल बोर्ड भी बनाएगा, जिहड़े कि यह अनुमति दे देंगे कि 24 हफ्तियां तो बाद भी मेडिकल जिहड़ी प्रेगनेंसी है उन्होंने टर्मीनेट कर सकते हो, जे कि बच्चे दे विच थोड़ियां जिहा एबनॉर्मैलिटीज़ दियां जिहड़ियां मतलब कंडीशन ने वो देखने को मिलदियां ने, 24 हफ्ते बाद तुसीं एबॉर्ट कर सकते हो, ये भी पॉइंट बिल्कुल सही है। तीसरा पॉइंट गलत है। तीसरे पॉइंट जी की कहते हैं कि जिहड़े सर्वाइवर ऑफ रेप हुंदे ने, ठीक है, फिर विक्टिम्स हुंदे ने या वलनरेबल विमेन हुंदियां ने, उन्होंने ये लॉ कर दिता गया कि वह 28 हफ्ते तो बाद एबॉर्शन कर सकदियां ने जे उन्होंने 2 डॉक्टर अनुमति दे देन। गलत है, 28 हफ्ते की परमिशन नहीं दी गई। ये वास्ते सुप्रीम कोर्ट दे विच केस भी गया सी। 28 हफ्ते बहुत लंबा पीरियड कहता सुप्रीम कोर्ट ने कि 28 हफ्ते बहुत ज़्यादा है, इस तो बाद एबॉर्शन नहीं करना चाहिए। ये नाल की हो जाएगा, माँ की जान भी खतरा होएगा, तो तुसीं एक जान नूं मार ही रहे हो जिहड़ा कि ऑलरेडी जम्मण ही वाला है। ओके, इसका आंसर की है 91 का, मतलब बी आंसर है। 1 और 2 सही है, तीसरी स्टेटमेंट गलत है। अगला क्वेश्चन की है, तुसी करेक्ट स्टेटमेंट दसनी है। ओडिशा ने एक स्कीम कहते ने लॉन्च की जिसका नाम है ड्रिंक फ्रॉम द टैप मिशन सूजल। ये स्कीम न्यूज़ दे विच सीगी, देखो तुसी देख रहे हो, टाइम्स ऑफ इंडिया च भी आई सी ये न्यूज़ दी, ठीक है, ये न्यूज़ आई सी। ये पॉइंट बिल्कुल सही है। ये नाल की होएगा, क्वालिटी ड्रिंकिंग वाटर जिहड़ी है लोकां नूं दित्ती जाएगी। असीं अपने पंजाब दी करंट दी वीडियोज़ बहुत बार देख लिया कि जल जीवन मिशन जिहड़ा है वो इंडियन गवर्नमेंट दा की है कि 2024 तक असीं हर एक रूरल एरिया दे विच टैप वाटर देवांगे। इसे तरीके उन्होंने जल जीवन मिशन तो क्वेश्चन नहीं पूछा, ओडिशा तो पूछ लिया, एक घुमा के पूछा हुआ क्वेश्चन है। पहली स्टेटमेंट सही है। दूसरी कहती कि ओडिशा जिहड़ा उन्हें टारगेट अचीव कर लिया 100% का कादा वाटर सप्लाई कनैक्शन देने का 2020 दे विच ही। गलत है ये। जे तुसी ओडिशा बारे नहीं पढ़िया, तुसी पढ़िया होएगा कि हुण तक सिर्फ एक गोवा ही है जिन्हें टारगेट अचीव किया पाइप्ड वाटर सप्लाई का, होर किसी ने नहीं किया। सेकंड पॉइंट गलत है। 92 का जिहड़ा सही आंसर होएगा की होएगा 1 ओनली, मतलब मेरा आंसर है ए। अगला क्वेश्चन सीधा सीधा कॉन्स्टिट्यूशन इंडियन पॉलिटी दी
बेसिक बुक दे विचों है। तुसी दसना है कि केड़ा कॉन्स्टिट्यूशन दा आर्टिकल है जिहड़ा कि ये फैसिलिटी प्रोवाइड करदा है कि जे कोई बच्चा लिंग्विस्टिक माइनॉरिटी ग्रुप तो आंदा है तो उन्होंने उहदी माँ बोली दे विच पढ़ाया जाएगा, उन्होंने प्रॉपर फैसिलिटी दी जाएगी कि अपनी माँ बोली सीख सके। इस वास्ते स्टेट नूं की करना पएगा, हर एक स्कूल नूं इंस्ट्रक्शन देनियां पैणगीआं कि लिंग्विस्टिक माइनॉरिटी दे बच्चों नूं, ग्रुप दे बच्चों नूं मदर टंग दे विच पढ़न दा राइट जिहड़ा वो दिता जाए। इहदा सही आंसर की है 93 दा सी। इहदे विच समझाउण वाला कुछ नहीं है, ये क्वेश्चन सीधा सीधा स्टैटिक दा है। नैक्सट क्वेश्चन च तुसी इनकरैक्ट स्टेटमेंट पता करनी है। ये क्वेश्चन वर्ड जोग्राफी का है। वर्ड जोग्राफी च क्वेश्चन बहुत आए हैं इस बार। देखो ये कहते हैं हौज़ा जी ट्राइब है नाइजीरिया की, बिल्कुल सही गल है, नाइजीरिया की ट्राइब है ये। पर इतने वर्ड से ध्यान दो पेस्टोरल, ये पेस्टोरल ट्राइब नहीं है, ये खेतीबाड़ी करते हैं, प्रॉपर ट्रेड भी करते हैं, इस करके पॉइंट गलत है। ट्राइब नाइजीरिया की है लेकिन पेस्टोरल नहीं है। दूसरा की कहता है कि बिंदीबू जी है आस्ट्रेलिया की ट्राइब है जेडे कि हंटर्स ने, ये बिल्कुल सही पॉइंट है। ठीक है, ये क्वेश्चन सीधा सीधा एनसीईआरटी च फ्रेम होया। जे तुसी एनसीईआरटी पढ़ोगे न्यू वाली तो तुहानूं सीधी ये लाइन्स जिहड़ियां ने उत्थे मिल जाणगियां। 94th जिहड़ा आंसर होया की हो गया साडे कोल, फर्स्ट जिहड़ा है ओह गलत है। असी पुछना, असी दसना किसी इनकरैक्ट, इहदा मतलब ओनली वन। मेरा फर्स्ट इनकरैक्ट है, सैकेंड सही है। वैक्सीन मैत्री पॉलिसी की है ये, ਇਹਦੇ ਵਿੱਚ इंडिया की करेगा, ਜਿਹੜੀ भी वैक्सीन सीरम इंस्टीट्यूट ऑफ इंडिया होगी या इंडिया ਦੇ ਵਿੱਚ ਜਿੰਨੀਆਂ भी वैक्सीन ਜਿਹੜੀਆਂ ਨੇ कोविड ਦੇ अगेंस्ट ਬਣਾਈਆਂ ਜਾ ਰਹੀਆਂ ਨੇ ਉਹਦੇ थ्रू इंडिया की है दूसरे देशों की भी मदद करेगा, उत्थे भी वैक्सीनेशन प्रोवाइड करेगा। हुण तुसीं दसना है सब तो पहले रिसिपेंट कौन ने जिन्हां ने कि वैक्सीन मैत्री पॉलिसी के अंडर इंडिया तो कोविड-19 दी वैक्सीन रिसीव कीतियां। इहदा सही आंसर की है 95th दा, भूटान ते मालदीव्स नूं सब तो पहला कोविड-19 जिहड़ियां वैक्सीन ने वो इंडिया वालों दित्तियां गईयां अंडर द वैक्सीन मैत्री पॉलिसी। अगला क्वेश्चन की है, जल्लीकट्टू की कॉन्ट्रोवर्सी देखो न्यूज़ दे विच हमेशा ही रहिंदी है, कोई नवी गल नहीं है। जल्लीकट्टू की है एक्चुअल विच बुल टेमिंग है जिहड़ी कि तमिलनाडु दे विच कीती जांदी है पोंगल दे मौके ते। ये चर्चा च इस करके रहिंदा है क्योंकि सुप्रीम कोर्ट कदे ना कदे इत्ते बैन लगा दिंदा है ते उस तो बाद ये दोबारा दी तमिलनाडु वाले की करदे ने, तुसीं कह सकदे हो अपनी पावर लगा के लैजिस्लेटिव असैंबली दे विच दोबारा उस एक्ट उस सुप्रीम कोर्ट की रूलिंग नूं की कर दिंदे ने ओवरटर्न कर दिंदे ने। ठीक है, ये जल्लीकट्टू जिहड़ा पुछिया किहड़ी स्टेट दा ट्रेडिशनल सपोर्ट, ये हैगा तमिलनाडु दा। अगला क्वेश्चन की है, तुसी दसना इन्हां नेशनस दे विचों, ठीक है, किहड़ा नेशन हुणे हुणे यूनाइटेड नेशन ऑफिशियल लिस्ट ऑफ लीस्ट डिवेलप्ड कंट्री दे विच ग्रैजुएट हो गया है। ਇਹਦਾ मतलब की होया ग्रैजुएट होने का कि पहला उस कंट्री का स्टेटस लीस्ट डिवेलप्ड कंट्री सीगा, हुण वो स्टेटस वध गया है, हुण वो कंट्री लीस्ट डिवेलप्ड कंट्री की कैटेगरी च नहीं आएगा। ਇਹਦਾ सही आंसर की है, न्यूज़ दे विचों क्वेश्चन आया सी, लेटेस्ट ही सीगा। ਇਹਦਾ सही आंसर है वनुआतू। ठीक है, ये पैसिफिक आइलैंड का कंट्री है। ये हुण की हो गया, ग्रैजुएट हो गया है फ्रॉम द लीस्ट डिवेलप्ड कंट्री, ते ग्रैजुएट किया कि नहीं यूनाइटेड नेशन ने। 98th क्वेश्चन इन्हां विचों दसना है तुसीं किहड़ा फॉरेन बैंक नहीं है, बहुत ही बेसिक क्वेश्चन सीगा। जे तुसीं फॉरेन बैंक यूज़ करते होंगे तो पता ही होएगा। नॉट अ फॉरेन बैंक, सिटी बैंक फॉरेन है, स्टैंडर्ड चार्टर्ड फॉरेन है, HSBC फॉरेन है, फेडरल बैंक इंडिया का बैंक है। ठीक है, सी का आंसर है। अगला क्वेश्चन कोस्टल रेगुलेटरी जोन ते सीगा, इहदी नोटिफिकेशन रीसेंटली आई सी, सुप्रीम कोर्ट दे विच केस भी गया क्योंकि इहदे विच बहुत सारे इदां दे क्लॉज सीगे जिहदे नाल इन्वायरमेंट नूं की हो सकदा है, हार्म हो सकदा है, कोस्टल एरिया होर भी ज़्यादा डिस्ट्रॉय हो सकते हैं। ठीक है, तुसीं दसना है कि ये डिफरेंट फीचर्स की सीगे। पहला ये फीचर सीगा कि कोस्टल रेगुलेशन जोन 1 to 3 हुंदा की है, जिवें कि कोस्ट है। ठीक है, इस कोस्ट के लागे ना डिसाइड किया जाएगा कि इन्ने क मीटर ते CRZ 1 है, इन्ने क मीटर की बाउंड्री ते CRZ 2 है, इदा करके डिसाइड किया जाएगा। हुण इत्थे क्या क्या 1 दे विच तुसीं की कर सकते हो, नैचुरल गैस नूं एक्सप्लॉइट कर सकते हो, एक्सट्रैक्ट कर सकते हो 1 जोन च, बिल्कुल सही पॉइंट है। दूसरा कहता है कि तुसीं अनऑथराइज स्ट्रक्चर जिहड़ा है वो बना सकते हो कित्थे, CRZ 2 दे विच। हुण देखो अनऑथराइज स्ट्रक्चर चाहे CRZ 1 च होवे 2 च होवे, जिहड़ा स्ट्रक्चर ही अनऑथराइज जो किवें बनाउण दी अनुमति हो जाएगी, ये पॉइंट तो कॉमन सेंस नहीं गलत है। ठीक है, CRZ जिहड़ा 4 है वो की कहता है कि फिशिंग तुसीं इस जोन दे विच कर सकते हो, ये पॉइंट भी बिल्कुल सही है। इसदा सही आंसर की हो गया 1 and 3, करैक्ट मैच किहड़े ने, C 99 दा C। न्यूज़ दे विच देखो इंडियन एक्सप्रेस ये आर्टिकल भी आया सी। अगला क्वेश्चन तुसीं दसना है बैंथोस बायोटिक कम्यूनिटी नाल किहड़े बिलोंग करते हैं। बैंथोस की हुंदे ने, ਜਿਹੜੇ समुद्र के सब तो तले ते, मैं तुहानूं दस्सिया ना समुद्र के सब तो बेस ते पाए जाते हैं, सब तो निचले हिस्से च पाए जाने वाले एनीमल्स नूं असीं बैंथोस कहने आ। किहड़े किहड़े बिलोंग करते हैं, स्टारफिश, बीटल, ऑयस्टर। बीटल बारे जो तुसीं देखो तो बीटल तुसीं कित्थे पानी च थोड़ी बीटल देखते हो, पानी च नहीं हुंदा, बीटल तो टेरेस्ट्रियल च हुंदा है, तुसीं घाह ते देख लोगे, किते भी देखोगे बीटल, है ना, एक्वेटिक नहीं है ये। दूसरा पॉइंट, दूसरा ऑप्शन एलिमिनेट कर दो, आंसर की हो गया 1 and 3, ऑप्शन नंबर C। सो साढ़े 100 के 100 क्वेश्चन जिहड़े ने वो कवर हो गए ने।
ਸੋ ਅੱਜ ਦਾ ਲੈਕਚਰ ਇੱਥੇ ਹੀ ਐਂਡ ਹੁੰਦਾ ਹੈ। ਜੇ ਤੁਹਾਡੀ ਕੋਈ ਵੀ ਕੁਐਰੀ ਹੋਵੇ ਤੁਸੀਂ ਇਹਨਾਂ ਕੰਟੈਕਟ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ। ਆਈ ਹੋਪ ਤੁਹਾਨੂੰ ਤਰੀਕਾ ਜਿਹੜਾ ਉਹ ਸਮਝ ਲੱਗਿਆ ਹੋਵੇਗਾ। क्वेश्चन तो डरना नहीं है, क्वेश्चन की स्टेटमेंट या ਉਹਦੀ ਲੈਂਥ देख के घबराना नहीं है। कॉमन सेंस ਦੇ ਨਾਲ ਵੀ ਅਸੀਂ ਬਹੁਤ ਸਾਰੇ ਜਿਹੜੇ क्वेश्चन ਨੇ ਉਹਨਾਂ ਨੂੰ ਸੋਲਵ ਕਰ ਸਕਦੇ ਹਾਂ। ਯਾਦ ਰੱਖਿਓ ਐਗਜ਼ਾਮੀਨਰ ਨੇ ਪੇਪਰ ਬਣਾਇਆ ਹੀ ਇਸ ਲਈ ਹੈ ਕਿ ਉਹ ਤੁਹਾਡੇ ਦਿਮਾਗ ਦੇ ਨਾਲ ਖੇਲ ਸਕਣ। ਤੁਸੀਂ ਉਸੇ ਚੀਜ਼ ਦਾ ਮੌਕਾ ਨਹੀਂ ਦੇਣਾ। ਤੁਸੀਂ ਜਿੰਨਾ ਪੜ੍ਹਿਆ ਤੁਸੀਂ ਉਸੇ ਪੜ੍ਹਾਈ ਦੇ ਨਾਲ ਕੀ ਹੈ ਪੇਪਰ ਕ੍ਰੈਕ ਕਰ ਸਕਦੇ ਹੋ ਜੇ ਤੁਸੀਂ ਆਪਣੇ ਮਾਈਂਡ ਨੂੰ ਕੂਲ ਰੱਖੋਗੇ। ਸੋ ਪੜ੍ਹਦੇ ਰਹੋ। ਆਲ ਦਾ ਬੈਸਟ। ਥੈਂਕ ਯੂ ਵੈਰੀ ਮਚ।